ਸਤਿ ਸ੍ਰੀ ਅਕਾਲ ਸਾਥੀਓ, ਤੁਹਾਡਾ ਆਪਣਾ ਸਾਥੀ ਗੁਰਦੀਪ ਸਿੰਘ। ਤੇ ਆਪਾਂ ਅੱਜ ਗੱਲ ਕਰਾਂਗੇ ਬੀਟੀ ਕੋਟਨ ਦੇ ਵਿੱਚ ਜਿਹੜੀ ਪਿਛਲੀ ਵਾਰੀ ਗੁਲਾਬੀ ਸੁੰਡੀ ਆਈ ਸੀ ਉਸ ਵਾਸਤੇ। ਗੁਲਾਬੀ ਸੁੰਡੀ ਘੱਟ ਤੋਂ ਘੱਟ ਆਪਣੇ 25 ਤੋਂ 30% ਨੁਕਸਾਨ ਫਸਲਾਂ ਨੂੰ ਪਹੁੰਚਾ ਗਈ। ਮੇਨ ਤਾਂ ਹੈ ਕਿ ਇਹ ਗੁਲਾਬੀ ਸੁੰਡੀ ਆਪਣੇ ਕਪਾਸ ਜਿਹੜੀ ਆਪਣੀ ਕੋਟਨ ਜਿਹੜੀ ਨਰਮਾ ਆਪਾਂ ਬੋਲਦੇ ਹੈ ਉਸ 'ਤੇ ਅਟੈਕ ਕਰਦੀ ਹੈ ਸਾਥੀਓ, ਤੇ ਨੁਕਸਾਨ ਪਹੁੰਚਾਉਂਦੀ ਹੈ। ਉਸ ਤੋਂ ਬਾਅਦ ਗੇਹੂੰ ਦੀ ਫਸਲ 'ਤੇ ਵੀ ਨੁਕਸਾਨ ਦੇਖਣ ਨੂੰ ਇਹਦਾ ਮਿਲ ਰਿਹਾ ਸਾਥੀਓ। ਅਤੇ ਗੁਲਾਬੀ ਸੁੰਡੀ ਦੇ ਬਾਰੇ ਆਪਾਂ ਸਾਰੀ ਜਾਣਕਾਰੀ ਤੁਹਾਨੂੰ ਦੇਵਾਂਗੇ, A to Z ਜੋ ਵੀ ਹੁੰਦੀ ਹੈ। ਅਤੇ ਗੁਲਾਬੀ ਸੁੰਡੀ ਦੀ ਆਪਾਂ ਤੁਹਾਨੂੰ ਡਿਟੇਲ ਸਾਰੀ ਦੱਸਾਂਗੇ। ਗੁਲਾਬੀ ਸੁੰਡੀ ਸਾਥੀਓ ਇਹ ਜਿਹੜਾ ਇਹਦਾ ਆਰਡਰ ਹੁੰਦਾ ਉਹ ਲੈਪੀਡੋਪਟੇਰਾ ਆਰਡਰ ਦੀ ਹੁੰਦੀ ਹੈ, ਸਾਡੀ ਭਾਸ਼ਾ ਦੇ ਵਿੱਚ ਬੋਲਦੇ ਹੈ। ਅਤੇ ਅੱਡ ਅੱਡ ਇਹਦੀਆਂ ਕੀਟਾਂ ਦੀਆਂ ਫੈਮਲੀਆਂ ਹੁੰਦੀਆਂ। ਫੈਮਿਲੀ ਦੇ ਵਿੱਚ ਇਹਦੇ ਵਿੱਚ ਫੈਮਿਲੀ ਹੁੰਦੀ ਕੇਲੀਕਾਈਡੀ ਨਾਮ ਦੀ ਫੈਮਿਲੀ ਹੁੰਦੀ ਹੈ ਸਾਥੀਓ ਇਹਦੀ। ਅਤੇ ਇਹਦਾ ਜਿਹੜਾ ਐਂਟੋਮੋਲੋਜੀ ਦੇ ਵਿੱਚ ਨਾਮ ਪੁਕਾਰਿਆ ਜਾਂਦਾ ਸਾਥੀਓ, ਪੂਰੀ ਰਿਸਰਚ ਹੋਈ ਵੀ ਹੈ। ਤਾਂ ਉਹਦਾ ਨਾਮ ਦਿੱਤਾ ਜਾਂਦਾ ਪੈਕਟੀਨੋਫੋਰਾ ਅਤੇ ਗੋਸੀਫੇਲਾ ਨਾਮ ਇਹਦਾ ਦਿੱਤਾ ਜਾਂਦਾ ਹੈ। ਅਤੇ ਇਹਨੂੰ ਅੱਡ ਅੱਡ ਨਾਮਾਂ ਤੋਂ ਵੀ ਜਾਣਿਆ ਜਾਂਦਾ ਸਾਥੀਓ। ਇਹਨੂੰ ਗੁਲਾਬੀ ਬੋਡੀ ਵੀ ਕਹਿੰਦੇ ਆ, ਸਲੱਥ ਵੀ ਕਹਿੰਦੇ ਆ, ਕਪਾਸ ਦੀ ਲਾਲ ਸੁਰਹੀ ਅਤੇ ਲਾਲ ਸੁੰਡੀ ਵੀ ਇਹਨੂੰ ਕਿਹਾ ਜਾਂਦਾ ਸਾਥੀਓ। ਇਹ ਭਾਰਤ ਦੇ ਵਿੱਚ ਹੀ ਨਹੀਂ ਹੋਰ ਵੀ ਦੇਸ਼ਾਂ ਦੇ ਵਿੱਚ ਪਾਈ ਜਾਂਦੀ ਹੈ, ਮੈਦਾਨੀ ਭਾਗਾਂ ਦੇ ਵਿੱਚ ਵੀ ਪਾਈ ਜਾਂਦੀ ਸਾਥੀ। ਤੁਹਾਨੂੰ ਦੱਸਾਂ ਮੈਂ, ਜਿੱਥੇ ਜਿੱਥੇ ਕਪਾਹ ਦੀ ਖੇਤੀ ਹੁੰਦੀ ਹੈ, ਕੋਟਨ ਦੀ ਖੇਤੀ ਹੁੰਦੀ ਹੈ ਸਾਥੀਓ, ਉੱਥੇ ਉੱਥੇ ਪਾਈ ਜਾਂਦੀ। ਜਿਵੇਂ ਬਰਮਾ ਹੋ ਗਿਆ, ਲੰਕਾ ਹੋ ਗਿਆ, ਮਿਸਰ ਹੋ ਗਿਆ, ਅਫਰੀਕਾ ਹੋ ਗਿਆ ਸਾਥੀਓ, ਹਵਾਈ ਦੀਪਾਂ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ, ਫਿਲੀਪਾਈਨਸ ਦੇ ਵਿੱਚ ਇਹ ਗੁਲਾਬੀ ਸੁੰਡੀ ਦਾ ਅਟੈਕ ਪਾਇਆ ਗਿਆ। ਗੁਲਾਬੀ ਸੁੰਡੀ ਦੇ ਵਿੱਚ ਸਾਥੀਓ 4 ਸਟੇਜਾਂ ਹੁੰਦੀਆਂ, ਠੀਕ ਹੈ। 4 ਸਟੇਜਾਂ ਤੋਂ ਸਾਰਿਆਂ ਤੋਂ ਜਿਹੜੀ ਹਾਨੀਕਾਰਕ ਸਟੇਜ ਹੈ, ਜਿਹੜੀ ਆਪਣੇ ਨੁਕਸਾਨ ਪਹੁੰਚਾਉਂਦੀ ਹੈ ਕਪਾਸ ਨੂੰ, ਉਹ ਹੋ ਗਈ ਹੈ ਸੁੰਡੀ, ਲਾਰਵਾ ਜਿਹਨੂੰ ਬੋਲਦੇ ਆ। ਸੁੰਡੀ ਜਿਹੜੀ ਅਵਸਥਾ ਹੁੰਦੀ ਹੈ ਉਹੀ ਨੁਕਸਾਨ ਪਹੁੰਚਾਉਂਦੀ ਸਾਥੀਓ। 3 ਅਵਸਥਾ ਉਹ ਨੁਕਸਾਨ ਨਹੀਂ ਪਹੁੰਚਾਉਂਦੀਆਂ, ਪਰ ਉਸ ਦੇ ਆਧਾਰ 'ਤੇ ਹੀ ਅੱਗੇ ਜਾ ਕੇ ਸੁੰਡੀ ਬਣਦੀ ਹੈ। ਅਤੇ ਇਹਦੇ ਵਿੱਚ ਕੀ ਹੈ ਸਾਥੀਓ, ਤੁਹਾਨੂੰ ਦੱਸਾਂ, ਗੁਲਾਬੀ ਸੁੰਡੀ ਦੇ ਵਿੱਚ ਕੱਟਣ ਵਾਲੇ ਅਤੇ ਚਬਾਉਣ ਵਾਲੇ ਆਪਣੇ ਇਹਦੇ ਵਿੱਚ ਦੰਦ ਪਾਏ ਜਾਂਦੇ ਹੈ, ਜਿਹਦੇ ਨਾਲ ਉਹ ਪਲਾਂਟ ਦੇ ਵਿੱਚ ਜਿਹੜਾ ਬੋਲ ਲੱਗਿਆ ਹੁੰਦਾ ਹੈ, ਟਿੰਡਾ ਲੱਗਿਆ ਹੁੰਦਾ, ਉਹਨੂੰ ਸੱਕ ਕਰਕੇ ਅੰਦਰ ਪ੍ਰਵੇਸ਼ ਕਰਦੀ ਹੈ, ਠੀਕ ਹੈ ਸਾਥੀਓ। ਪਹਿਲੀ ਪੁੱਤ ਕੀ ਹੈ, ਗੁਲਾਬੀ ਸੁੰਡੀ ਆਪਣੇ ਜਿਹੜੀ ਕੋਮਲ ਟਹਿਣੀਆਂ ਹੁੰਦੀਆਂ ਕੋਟਨ ਦੀਆਂ ਉਸ 'ਤੇ ਰਹਿੰਦੀਆਂ। ਕੋਮਲ ਟਹਿਣੀ ਦੇ ਵਿੱਚ ਸਾਥੀਓ ਕੀ ਹੈ, ਉਹ ਸੁਰੰਗ ਬਣਾ ਕੇ ਵਿੱਚ ਰਹਿਣ ਲੱਗ ਜਾਂਦੀ ਹੈ। ਜਦੋਂ ਹੀ ਆਪਣਾ ਟਿੰਡਾ ਬਣਨਾ ਸਟਾਰਟ ਹੋਇਆ ਉਦੋਂ ਦੇ ਵਿੱਚ ਪ੍ਰਵੇਸ਼ ਕਰ ਜਾਂਦੀ ਹੈ ਸਾਥੀਓ, ਅਤੇ ਉਸ ਤੋਂ ਬਾਅਦ ਉਹ ਨੁਕਸਾਨ ਕਰਦੀ ਹੈ, ਠੀਕ ਹੈ। ਜਿਹੜੀ ਰੂਈ ਦੀ ਗੁਣਵੱਤਾ ਹੈ ਉਹਦਾ ਨੁਕਸਾਨ ਹੋ ਜਾਂਦਾ ਹੈ, ਕਮਜ਼ੋਰ ਹੋ ਜਾਂਦੀ ਆ, ਤਾਂ ਕਰਕੇ ਆਪਣੇ ਨੁਕਸਾਨ ਭਰਨਾ ਪੈਂਦਾ ਸਾਥੀਓ। ਅਤੇ ਜਿਹੜੀ ਇੱਕ ਜਿਹੜਾ ਬੋਲ ਹੈ 5 ਗ੍ਰਾਮ ਦਾ ਜਿਹੜਾ ਵਜ਼ਨ ਹੁੰਦਾ ਉਹਦੇ ਵਿੱਚ ਸਾਥੀਓ ਤੁਸੀਂ ਮੰਨੋਗੇ ਨਹੀਂ, ਉਹਦੇ ਵਿੱਚ 10 ਗੁਲਾਬੀ ਸੁੰਡੀਆਂ ਪ੍ਰਵੇਸ਼ ਕਰ ਸਕਦੀਆਂ। ਇੰਨੀ ਸੰਖਿਆ ਰਿਸਰਚ ਹੋਈ ਹੈ, ਪਾਈ ਗਈ ਹੈ। ਜੀਵਨ ਇਤਿਹਾਸ ਕੀ ਹੈ, ਇਹਦਾ ਜੀਵਨ ਇਤਿਹਾਸ 125 ਤੋਂ ਲੈ ਕੇ 300 ਦਿਨਾਂ ਤੱਕ ਇਹ ਜਿਉਂਦੀ ਰਹਿੰਦੀ ਹੈ, ਜੀਵਨ ਆਪਦਾ ਜਿਉਂਦੀ ਹੈ। ਅਤੇ ਆਪਣੇ ਜਿਹੜਾ ਜੀਵਨ ਕਾਲ ਪੂਰਾ ਹੁੰਦਾ ਹੈ ਸਾਥੀਓ ਇਹਦੇ ਵਿੱਚ 400 ਤੋਂ 500 ਆਂਡੇ ਦਿੰਦੀ ਹੈ ਇਹ ਆਪਣੇ ਜੀਵਨ ਦੇ ਕਾਲ ਦੇ ਵਿੱਚ, ਠੀਕ ਹੈ। ਸਾਰਿਆਂ ਤੋਂ ਪਹਿਲਾਂ ਆਂਡਾ ਬਣਦਾ ਇਹਦਾ, ਠੀਕ ਹੈ। ਆਂਡਾ ਜਿਹੜਾ ਹੁੰਦਾ ਉਹ 4-5 ਦਿਨਾਂ ਦੇ ਵਿੱਚ ਤਿਆਰ ਹੋ ਕੇ ਅਤੇ ਅੱਗੇ 4 ਤੋਂ 21 ਦਿਨ ਇਹ ਲੈ ਲੈਂਦਾ ਹੈ। 4 ਤੋਂ 5 ਦਿਨਾਂ ਵਿੱਚ ਤਿਆਰ ਹੋ ਜਾਂਦਾ ਅੰਡਾ। ਉਸ ਤੋਂ ਬਾਅਦ 4 ਤੋਂ 21 ਦਿਨਾਂ ਵਿੱਚ ਸੁੰਡੀ ਦੇ ਵਿੱਚ ਪ੍ਰਵੇਸ਼ ਕਰ ਜਾਂਦਾ, ਲਾਰਵਾ ਦੀ ਅਵਸਥਾ ਦੇ ਵਿੱਚ ਆ ਜਾਂਦਾ ਹੈ। ਦੂਜੀ ਸਟੇਜ ਆ ਜਾਂਦੀ। ਦੂਜੀ ਸਟੇਜ ਬਾਅਦ ਸਾਥੀਓ 10 ਤੋਂ 30 ਦਿਨਾਂ ਬਾਅਦ ਪਿਊਪਾ ਦੀ ਸਟੇਜ ਆਉਂਦੀ ਹੈ, ਠੀਕ ਹੈ। ਉਹਦੇ ਵਿੱਚ ਆ ਜਾਂਦਾ ਪਿਊਪਾ ਦੇ ਬਾਅਦ ਦੇ ਵਿੱਚ ਇਹ ਪਤੰਗਾ ਬਣ ਜਾਂਦਾ ਹੈ, ਮਤਲਬ ਉੱਡਣ ਵਾਲਾ ਪਕਸ਼ੀ ਬਣ ਜਾਂਦਾ ਹੈ, ਇਹਦੇ ਪੰਖ ਆ ਜਾਂਦੇ ਹੈ। ਅਡਲਟ ਸਟੇਜ ਦੇ ਵਿੱਚ ਆ ਜਾਂਦਾ ਸਾਥੀਓ ਇਹ 6 ਤੋਂ 20, ਤਾਂ ਕਰਕੇ ਇਹਦਾ 125 ਤੋਂ 130 ਦਿਨ ਪੂਰਾ ਸਿਸਟਮ ਚੱਲਦਾ ਹੈ। ਬਾਕੀ ਇਹਦਾ ਜੀਵਨ ਚੱਕਰ 105 ਦਿਨਾਂ ਦਾ ਹੁੰਦਾ ਹੈ, ਇੱਥੇ ਤੱਕ ਖਤਮ ਹੋ ਜਾਂਦਾ ਹੈ। ਅਤੇ 1 ਸਾਲ ਦੇ ਵਿੱਚ ਸਾਥੀਓ ਤੁਸੀਂ ਮੰਨੋ ਨਹੀਂ 4 ਤੋਂ ਲੈ ਕੇ 6 ਪੀੜ੍ਹੀਆਂ ਇਹਦੀਆਂ ਪਾਈ ਜਾਂਦੀਆਂ। 4 ਤੋਂ 6 ਪੀੜ੍ਹੀਆਂ ਕਵਰੇਜ ਕਰ ਲੈਂਦਾ ਇਹ, ਠੀਕ ਹੈ। ਹੋਰ ਤੁਹਾਨੂੰ ਇਹਦੇ ਵਿੱਚ ਕੀ ਇੰਟਰਸਟਿੰਗ ਗੱਲ ਦੱਸਾਂ ਸਾਥੀਓ, ਐਗ ਦੇ ਬਾਰੇ ਗੱਲ ਕਰਾਂਗੇ ਆਪਾਂ। ਤੁਹਾਨੂੰ ਸਾਰੀਆਂ ਸਟੇਜਾਂ ਇਹਦੇ ਵਿੱਚ ਤੁਹਾਨੂੰ ਸਮਝਾਊਂਗਾ ਵੀ ਐਗ ਤੋਂ ਬਾਅਦ ਕੀ ਬਣਦਾ ਹੈ। ਐਗ ਤੋਂ ਬਾਅਦ ਸੁੰਡੀ ਬਣਦੀ ਹੈ, ਸੁੰਡੀ ਬਾਅਦ ਪਿਊਪਾ ਬਣਦਾ ਹੈ, ਇਹਦਾ ਪਿਊਪਾ ਬਾਅਦ ਅਡਲਟ ਹੁੰਦਾ, ਜਿਹੜਾ ਪਤੰਗਾ ਜਿਹੜਾ ਉੱਡ ਜਾਂਦਾ। ਇਹਨਾਂ 4 ਸਟੇਜਾਂ ਦੇ ਬਾਰੇ ਦੱਸੂਗਾ ਵੀ ਕੀ ਕੀ ਅਵਸਥਾ ਦੇ ਵਿੱਚ ਰਹਿੰਦੀ ਹੈ ਇਹ, ਕਿੱਥੇ ਕਿੱਥੇ ਰਹਿੰਦੀ ਹੈ ਸਾਥੀਓ।
ਉਹਦੇ ਬਾਰੇ ਤੁਹਾਨੂੰ ਜਾਣਨਾ ਪਾਊਂਗਾ। ਇਹ ਆਂਡੇ ਦੀ ਅਵਸਥਾ 'ਤੇ ਆਉਣ ਅਨੁਸਾਰ ਜਿਹੜੀ ਵੈਸਕ ਮਾਦਾ ਹੁੰਦੀ ਸਾਥੀਓ, ਉਹ ਨਵ ਜਿਹੜੀ ਅੰਕੁਰਿਤ ਆਪਣੀ ਸ਼ਾਖਾ ਹੁੰਦੀ ਹੈ, ਨਵੀਆਂ ਸ਼ਾਖਾ ਹੁੰਦੀਆਂ, ਉਸ ਦੇ ਉੱਤੇ ਅੰਡਾ ਦੇਣਾ ਪ੍ਰਾਰੰਭ ਕਰ ਦਿੰਦੀਆਂ, ਅੰਡਾ ਦਿੰਦੀਆਂ। ਠੀਕ ਹੈ ਸਾਥੀਓ। ਨਵ ਅੰਕੁਰਿਤ ਜਦੋਂ ਸ਼ਾਖਾ ਹੋ ਗਈ, ਉਸ 'ਤੇ ਸੁੰਡੀ ਨੇ ਜਿਹੜੀ ਪਰਿਪਕਵ ਸੁੰਡੀ ਆਪਣੇ ਅੰਡਾ ਦੇਤਾ ਸਾਥੀਓ। ਅੰਡਾ ਦੇਣ ਤੋਂ ਬਾਅਦ ਉਹਦਾ ਸਾਈਜ਼ ਦੇ ਬਾਰੇ ਗੱਲ ਕਰੀਏ ਸਾਥੀਓ, ਉਹਦਾ ਸਾਈਜ਼ ਹੁੰਦਾ ਸਾਥੀਓ 0.5 mm ਦਾ ਹੀ ਸਾਈਜ਼ ਹੁੰਦਾ। ਲੰਬੀ 0.5 mm ਹੁੰਦੀ ਹੈ ਸਾਥੀਓ। ਉਸ ਤੋਂ ਬਾਅਦ ਗੱਲ ਕਰਾਂ 0.3 mm ਚੌੜੀ ਹੁੰਦੀ ਹੈ ਉਹ। ਠੀਕ ਹੈ, ਮਤਲਬ ਉਹ ਆਂਡੇ ਦੇ ਆਕਾਰ ਦੇ ਵਿੱਚ ਹੁੰਦੀ ਹੈ, ਆਪਾਂ ਨੂੰ ਉਹ ਮਤਲਬ ਦਿਖਾਈ ਨਹੀਂ ਦਿੰਦੇ। ਠੀਕ ਹੈ, ਅਰਧ ਪਾਰਦਰਸ਼ਕ ਜਿਹਨੂੰ ਬੋਲਦੇ, ਜਿਹੜਾ ਦਿਖਾਈ ਨਾ ਦੇਵੇ, ਉਹ ਸਟੇਜ ਦੇ ਵਿੱਚ ਹੁੰਦਾ ਹੈ। ਮਾਈਕਰੋਸਕੋਪਾਂ ਦੇ ਵਿੱਚ ਹੀ ਉਹਨੂੰ ਦੇਖਿਆ ਜਾ ਸਕਦਾ ਹੈ, ਸਮਝਿਆ ਜਾ ਸਕਦਾ ਹੈ। ਉਸ ਤੋਂ ਬਾਅਦ ਕੀ ਹੈ, ਉਹ ਧੀਰੇ ਧੀਰੇ ਕਰਦਾ ਹੌਲੀ ਹੌਲੀ ਸਫੇਦ ਰੰਗ ਦੇ ਵਿੱਚ ਬਦਲ ਜਾਂਦਾ ਹੈ। ਉਸ ਤੋਂ ਬਾਅਦ ਹਲਕੇ ਭੂਰਾ ਰੰਗ ਉਹਦਾ ਆਉਂਦਾ ਹੈ। ਹਲਕਾ ਭੂਰਾ ਰੰਗ ਆਉਂਦਾ, ਉਦੋਂ ਆਪਾਂ ਨੂੰ ਉਹ ਦਿਖਣਾ ਸਟਾਰਟ ਹੁੰਦਾ ਅੰਡਾ। ਜਦੋਂ ਵਾਤਾਵਰਨ ਅਨੁਕੂਲ ਹੋ ਗਿਆ, ਉਹਦੇ ਸਪਕਸ਼ ਵਾਤਾਵਰਨ ਪਾਇਆ ਗਿਆ, ਉਸ ਟਾਈਮ ਕੀ ਸਾਥੀਓ 4 ਤੋਂ ਲੈ ਕੇ 21 ਦਿਨਾਂ ਦੇ ਵਿੱਚ ਆਪਦਾ ਰੂਪ ਬਦਲ ਕੇ ਸੁੰਡੀ ਦੀ ਅਵਸਥਾ ਦੇ ਵਿੱਚ ਆ ਜਾਓ। ਜਿਹੜੀ ਸੁੰਡੀ ਆਪਣੀ ਕੋਟਣ ਨੂੰ ਨੁਕਸਾਨ ਪਹੁੰਚਾਉਂਦੀ ਹੈ, ਉਸ ਅਵਸਥਾ ਦੇ ਵਿੱਚ ਆ ਜਾਓ। ਅੰਡਾ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ, ਪਰ ਅੰਡਾ ਇਹਦਾ ਇੱਕ ਪਾਰਟ ਹੈ। ਪਹਿਲਾਂ ਆਪਾਂ ਅੰਡੇ ਨੂੰ ਹੀ ਖਤਮ ਕਰਾਂਗੇ, ਫਿਰ ਹੀ ਆਪਣੀ ਫਸਲ ਬਚੂਗੀ। ਸੁੰਡੀ ਕੀ ਕਰਦੀ ਹੈ, ਫਲ ਹੁੰਦੇ ਜਿਹਨਾਂ ਦੇ ਵਿੱਚ ਬੋਲ ਹੁੰਦੀ, ਜਿਹੜੀ ਆਪਣੀ ਟਿੰਡੇ ਹੁੰਦੇ, ਉਹਨਾਂ ਵਿੱਚ ਪ੍ਰਵੇਸ਼ ਕਰ ਜਾਂਦੀ ਹੈ। ਠੀਕ ਹੈ, ਜਿਹਦਾ ਰੰਗ ਸਟਾਰਟਿੰਗ ਦੀ ਅਵਸਥਾ ਦੇ ਵਿੱਚ ਕੀ ਹੁੰਦਾ, ਸਫੇਦ ਹੁੰਦਾ। ਠੀਕ ਹੈ, ਸਟਾਰਟਿੰਗ ਦੀ ਅਵਸਥਾ ਵਿੱਚ ਰੰਗ ਪੂਰਾ ਸਫੇਦ ਹੁੰਦਾ ਹੈ ਗੁਲਾਬੀ ਸੁੰਡੀ ਦਾ। ਗੁਲਾਬੀ ਰੰਗ ਤਾਂ ਬਾਅਦ ਦੇ ਵਿੱਚ ਜਦੋਂ ਪਰਿਪਕਵ ਹੁੰਦੀ ਜਾਂਦੀ ਹੈ ਉਦੋਂ ਹੁੰਦਾ। ਜਿਹੜਾ ਉਹਦਾ ਸਿਰ ਹੁੰਦਾ ਹੈ ਉਹ ਕਾਲੇ ਰੰਗ ਦਾ ਹੁੰਦਾ ਸਾਥੀਓ, ਤੁਸੀਂ ਪਛਾਣ ਲਓਗੇ। ਠੀਕ ਹੈ, ਉਸ ਤੋਂ ਬਾਅਦ ਉਹ ਗੁਲਾਬੀ ਰੰਗ ਦੇ ਵਿੱਚ ਪਰਿਵਰਤਿਤ ਹੋਣਾ ਸਟਾਰਟ ਹੋ ਜਾਂਦਾ ਹੈ। ਹੌਲੀ ਹੌਲੀ ਇਹਦੀ ਕੀ ਹੈ ਸਾਥੀਓ, ਲੰਬਾਈ ਵੱਧ ਜਾਂਦੀ ਹੈ। ਸਟਾਰਟਿੰਗ ਦੇ ਵਿੱਚ ਲੰਬਾਈ ਹੁੰਦੀ ਹੈ 1 mm। ਠੀਕ ਹੈ, ਜੇ ਆ ਪੂਰਨ ਵਿਕਸਿਤ ਹੋ ਗਈ ਸਾਥੀਓ 13 mm ਦੀ ਲੰਬਾਈ ਹੋ ਜੂਗੀ। ਇਹਦੀ 13 mm ਲੰਬਾਈ ਹੋ ਜੂਗੀ 1 mm ਤੋਂ। ਦੇਖ ਲਓ ਕਿੰਨੀ ਵੱਧ ਗਈ, ਪਰਿਵਰਤਿਤ ਹੁੰਦੇ ਸਾਰੇ। ਅਤੇ ਇਹ ਆਪਦੇ ਜੀਵਨ ਚੱਕਰ ਦੇ ਵਿੱਚ 3 ਵਾਰੀ ਤਵੱਚਾ ਹੁੰਦੀ ਹੈ। ਜਿਵੇਂ ਸੱਪ ਹੁੰਦਾ, ਉਹ ਆਪਦਾ ਕੰਜ ਨੂੰ ਰੱਖ ਦਿੰਦਾ ਸਾਈਡ ਦੇ ਵਿੱਚ, ਛੱਡ ਦਿੰਦਾ। ਉਸ ਤਰੀਕੇ ਨਾਲ 3 ਵਾਰੀ ਇਹ ਨਿਰਮੋਚਨ ਕਰਦੀ ਹੈ ਤਵੱਚਾ ਤੋਂ। ਠੀਕ ਹੈ, ਮਤਲਬ 3 ਵਾਰੀ ਇਹ ਜ਼ਿੰਦਗੀ ਦੇ ਵਿੱਚ ਨਹਾਉਂਦੀ ਹੈ, ਇਸ਼ਨਾਨ ਕਰਦੀ ਹੈ। ਅਲਪ ਜੀਵਨ ਕਾਲ ਦਾ ਇਸ ਸਟੇਜ ਦੇ ਉੱਤੇ 10 ਤੋਂ 30 ਦਿਨਾਂ ਦਾ ਹੁੰਦਾ ਸਾਥੀਓ। ਇਹ ਸੁੰਡੀ ਸ਼ੀਤ ਨਿਸ਼ਕ੍ਰਿਅਤਾ ਦੇ ਵਿੱਚ ਵੀ ਚਲੀ ਜਾਂਦੀ ਹੈ, ਜਿਹਦੇ ਵਿੱਚ ਇਹ ਕੋਈ ਨੁਕਸਾਨ ਨਹੀਂ ਪਹੁੰਚਾਉਂਦੀ। ਉਸ ਟਾਈਮ ਦੇ ਵਿੱਚ ਇਹ ਮਰਿਆਂ ਦੇ ਸਮਾਨ ਹੋ ਜਾਂਦੀ ਹੈ, ਪਰ ਮਰਦੀ ਨਹੀਂ। ਇਹ ਬਾਅਦ ਦੇ ਵਿੱਚ ਜਿਉਂਦੀ ਹੋ ਜਾਂਦੀ ਸਾਥੀਓ, ਆਪਾਂ ਨੂੰ ਦਿਖਾਈ ਨਹੀਂ ਦੇ। ਇਹ ਘੱਟ ਤੋਂ ਘੱਟ ਸਾਲ 2-2 ਸਾਲ ਤੱਕ ਇਹ ਸ਼ੀਤ ਨਿਸ਼ਕ੍ਰਿਅਤਾ ਦੇ ਵਿੱਚ ਹੀ ਪਈ ਰਹਿੰਦੀਆਂ ਸਾਥੀਓ। ਸੁੰਡੀਆਂ ਖਤਮ ਨਹੀਂ ਹੁੰਦੀਆਂ, ਬਸ ਨਾ ਕੋਈ ਭੋਜਨ ਖਾਂਦੀਆਂ, ਨਾ ਕੋਈ ਹੋਰ, ਸ਼ੀਤ ਨਿਸ਼ਕ੍ਰਿਅਤਾ ਦੇ ਵਿੱਚ ਪਈਆਂ ਰਹਿੰਦੀਆਂ। ਜਦੋਂ ਵੀ ਕੋਈ ਇਹਨਾਂ ਦਾ ਸਿਸਟਮ ਬਣਦਾ ਹੈ, ਉਸ ਤਰੀਕੇ ਨਾਲ ਆਪਣੀ ਫਸਲਾਂ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ। ਉਸ ਤੋਂ ਬਾਅਦ ਆਉਂਦਾ ਸਾਥੀਓ ਇਹਦੇ ਵਿੱਚ ਪਿਊਪਾ ਸਟੇਜ ਆਉਂਦੀ ਹੈ, ਜਿਹਨੂੰ ਹਿੰਦੀ ਦੇ ਵਿੱਚ ਕ੍ਰਿਮੀਕੋਸ ਬੋਲਦੇ ਆ। ਟਿੰਡੇ ਨੂੰ ਆਪਣੇ ਨੁਕਸਾਨ ਪਹੁੰਚਾਤਾ ਗੁਲਾਬੀ ਸੁੰਡੀ ਨੇ। ਪੂਰਨ ਵਿਕਸਿਤ ਜਿਹੜਾ ਉਹਦਾ ਕੈਟਰਪਿਲਰ ਹੋ ਗਿਆ ਸਾਥੀਓ, ਪੂਰਨ ਵਿਕਸਿਤ ਹੋ ਗਿਆ। ਉਸ ਤੋਂ ਬਾਅਦ ਕੀ ਹੈ, ਨੁਕਸਾਨ ਪਹੁੰਚਾਉਂਦੇ ਹੀ ਟਿੰਡਿਆਂ ਤੋਂ ਬਾਹਰਲੀ ਸਾਈਡ ਗੁਲਾਬੀ ਸੁੰਡੀ ਹੈ ਡਿੱਗਣ ਲੱਗ ਜੂਗੀ ਥੱਲੇ। ਆਪਣੇ ਜਿਹੜੀਆਂ ਕਪਾਸ ਦੇ ਤੁਸੀਂ ਦੇਖਿਆ ਹੋਣਾ ਹੈ, ਕਾਲੇ ਕਾਲੇ ਰੰਗ ਦੀਆਂ ਮਤਲਬ ਪੱਤੇ ਹੋ ਜਾਂਦੇ ਆ, ਉਹਨਾਂ ਦੇ ਉੱਤੇ ਜਾ ਕੇ ਡਿੱਗ ਜਾਂਦੀਆਂ। ਉੱਥੇ ਆਪਦਾ ਜੀਵਨ ਯਾਪਨ ਕਰਦੀਆਂ, ਕੂੜੇ ਕਰਕਟ ਦੇ ਉੱਤੇ। ਠੀਕ ਹੈ, ਛਤੀਗ੍ਰਸਤ ਬੀਜਾਂ ਦੇ ਉੱਤੇ, ਰੇਸੇ ਦੇ ਉੱਤੇ ਜੀਵਨ ਵਿਆਪਿਤ ਕਰੀ ਜਾਂਦੀਆਂ ਸਾਥੀਓ। ਉਦੋਂ ਇਹਨਾਂ ਦੀ ਲੰਬਾਈ 6 ਤੋਂ 8 mm ਹੁੰਦੀ ਹੈ ਅਤੇ ਚੌੜਾਈ 26 mm ਹੋ ਜਾਂਦੀ ਹੈ ਸਾਥੀਓ। ਇਹ ਕਾਲ ਜਿਹੜਾ ਪਿਊਪਾ ਕਾਲ ਹੈ 6 ਤੋਂ 20 ਦਿਨਾਂ ਦਾ ਹੁੰਦਾ ਸਾਥੀਓ ਗੁਲਾਬੀ ਸੁੰਡੀ ਦਾ, ਤੁਹਾਨੂੰ ਦੱਸ ਦਿਆਂ ਮੈਂ। ਉਸ ਤੋਂ ਬਾਅਦ ਗੱਲ ਕਰਦੇ ਹਾਂ ਅਡਲਟ ਸਟੇਜ ਦੀ, ਜਿੱਥੇ ਇਹ ਬੁੱਢਾ ਹੋਣਾ ਸਟਾਰਟ ਹੋ ਜਾਂਦਾ। ਮਤਲਬ ਆਪਣੀ ਭਾਸ਼ਾ 'ਚ ਤਾਂ ਬੁੱਢਾ ਹੋਣਾ, ਪਰੰਤੂ ਇਹ ਜਵਾਨ ਹੋਣੀ ਸਟਾਰਟ ਹੁੰਦੀ ਹੈ ਉਸ ਸਟੇਜ ਦੇ ਵਿੱਚ, ਕਿਉਂਕਿ ਉਹ ਉੱਡਣਾ ਸਟਾਰਟ ਕਰਦੀ ਹੈ ਇਸ ਦੇ ਵਿੱਚ। ਉਦੋਂ ਸਾਥੀਓ 7 ਤੋਂ 8 mm ਹੋ ਜਾਂਦੀ ਹੈ, ਅਤੇ ਜਿਹੜੀ ਇਹਦੀ ਚੌੜਾਈ ਹੈ, ਪੰਖਾਂ ਦਾ ਫੈਲਾਅ ਹੈ, ਉਹ 15 mm ਹੋ ਜਾਂਦਾ ਸਾਥੀਓ। ਹੁਣ ਤੁਸੀਂ ਆਕਾਰਾਂ ਦਾ ਧਿਆਨ ਦੇਂਦੇ ਚੱਲਿਓ। ਅਤੇ ਉਦੋਂ ਕੀ ਹੈ ਸਾਥੀਓ, ਦਾ ਗਹਿਰਾ ਬਦਾਮੀ ਜਿਹਾ ਰੰਗ ਹੋ ਜਾਂਦਾ ਹੈ। ਠੀਕ ਹੈ, ਹਰਾ ਭੂਰਾ ਜਿਹਾ ਰੰਗ ਦਰਸਾਉਂਦੀ ਹੈ, ਅੱਧਾ ਗਹਿਰਾ ਬਦਾਮੀ ਅਤੇ ਹਰਾ ਭੂਰਾ ਸਾਥੀਓ। ਅਤੇ ਮੁੱਖਾਂ ਅੰਗ ਇਹਦੇ ਵਿੱਚ ਪਾਏ ਜਾਂਦੇ, ਮੂੰਹ ਪਾਇਆ ਜਾਂਦਾ ਹੈ, ਪੰਖ ਪਾਏ ਜਾਂਦੇ ਸਾਥੀਓ।
ਐਂਟੀਨਾ ਵੀ ਪਾਈ ਜਾਂਦੀਆਂ ਇਹਦੇ ਵਿੱਚ, 2 ਐਂਟੀਨਾ ਪਾਈ ਜਾਂਦੀਆਂ ਵੀ ਪਤਾ ਲੱਗ ਸਕੇ ਵੀ ਕਿੱਧਰੋਂ ਕੀ ਕੁਛ ਆ ਰਿਹਾ ਹੈ ਆਪਦਾ ਸਿਸਟਮ ਬਣਾਉਣ ਵਾਸਤੇ। ਠੀਕ ਹੈ, ਜੀਵਨ ਚੱਕਰ ਤੁਹਾਨੂੰ ਮੈਂ ਦੱਸ ਹੀ ਦਿੱਤਾ, ਇਹਦਾ 22 ਤੋਂ 27 ਦਿਨਾਂ ਦਾ ਹੁੰਦਾ ਹੈ। ਠੀਕ ਹੈ, 22 ਤੋਂ 27 ਦਿਨ ਇਹ ਆਪਣੇ ਨੁਕਸਾਨ ਪਹੁੰਚਾਉਣ ਦੇ ਹੁੰਦੇ ਆ ਇਹਦੇ ਜੀਵਨ ਚੱਕਰ ਦੇ ਵਿੱਚ। ਉਵੇਂ ਇਹ ਜਿਹੜਾ ਕੁੱਲ ਟੋਟਲ ਹੁੰਦਾ ਉਹ 105 ਦਿਨਾਂ ਦਾ ਹੁੰਦਾ ਸਾਥੀਓ। 1 ਸਾਲ ਦੇ ਵਿੱਚ ਇਹ 4 ਤੋਂ 5 ਪੀੜ੍ਹੀਆਂ ਪਾਈਆਂ ਜਾਂਦੀਆਂ ਸਾਥੀਓ, ਜੋ ਵੀ ਤੁਹਾਨੂੰ ਮੈਂ ਦੱਸ ਚੁੱਕਿਆ। ਇਸ ਤੋਂ ਬਾਅਦ ਸਾਥੀਓ ਤੁਹਾਨੂੰ ਦੱਸਾਂ ਇਹਦਾ ਪ੍ਰਬੰਧਨ ਆਪਾਂ ਕਿਵੇਂ ਕਰਨਾ ਹੈ। ਟਿੰਡਿਆਂ ਤੋਂ ਬਾਹਰ ਸੁੰਡੀਆਂ ਡਿੱਗ ਪਈਆਂ, ਪ੍ਰਬੰਧਨ ਕਰਨਾ ਜ਼ਰੂਰੀ ਹੈ। ਘੱਟ ਤੋਂ ਘੱਟ ਆਪਾਂ ਜਨਵਰੀ ਅਤੇ ਮਾਰਚ ਦੇ ਮਹੀਨੇ ਦੇ ਵਿੱਚ, ਜਿਵੇਂ ਆਪਣੇ ਖੇਤ ਹੁੰਦੇ ਸਾਥੀਓ, ਖੇਤਾਂ ਦੇ ਆਪਾਂ ਬਾਲਣ ਵਾਸਤੇ ਉੱਥੇ ਛਟੀਆਂ ਰੱਖ ਦਿੰਦੇ ਹਾਂ। ਉਹ ਛਟੀਆਂ ਤੁਸੀਂ ਜਨਵਰੀ ਫਰਵਰੀ ਮੰਥ ਦੇ ਵਿੱਚ ਹਟਾ ਦੇਣੀਆਂ ਆਪਦੇ ਖੇਤ 'ਚੋਂ, ਕਿਉਂਕਿ ਉਸ ਜਿਹੜੀ ਆਪਣੀ ਛਟੀਆਂ ਹੈ, ਬਣ ਛਟੀ ਜਿਹਨੂੰ ਬੋਲਿਆ ਜਾਂਦਾ ਸਾਥੀਓ, ਉਸ ਦੇ ਵਿੱਚ ਹੀ ਸੁੰਡੀਆਂ ਪ੍ਰਵੇਸ਼ ਕਰਦੀਆਂ, ਉੱਥੇ ਜੀਵਨ ਜਾਪਨ ਕਰਦੀਆਂ। ਜਦੋਂ ਆਪਾਂ ਬੁਵਾਈ ਕਰਦੇ ਹਾਂ ਉਦੋਂ ਇਹ ਸਕਰੀਆ ਹੋ ਕੇ ਨੁਕਸਾਨ ਪਹੁੰਚਾਉਣ ਲੱਗ ਜਾਂਦੇ। ਤਾਂ ਕਰਕੇ ਜਨਵਰੀ ਮਾਰਚ ਦੇ ਮਹੀਨੇ ਦੇ ਵਿੱਚ ਉੱਥੋਂ ਕਲੀਨ ਕਰ ਦੇਣਾ ਆਪਦੇ ਖੇਤ ਨੂੰ ਜਮਾ ਐਨ। ਇਸ ਗੱਲ 'ਤੇ ਮੈਂ ਜ਼ੋਰ ਦਿੰਦਾ ਹੋਇਆ ਤੁਹਾਨੂੰ ਕਹਿਣਾ ਸਾਥੀਓ, ਲੱਕੜੀਆਂ ਆਪਦੇ ਖੇਤ ਦੇ ਵਿੱਚ ਜਿਹੜੀ ਪੁਰਾਣੀ ਬਣ ਛਟੀ ਹੈ ਉਹ ਨਹੀਂ ਰੱਖਣੀ, ਆਪਦੇ ਹਿਸਾਬ ਨਾਲ ਹੀ ਵਰਤਣਾ ਹੈ ਅਤੇ ਉਹਦੇ ਵਿੱਚ ਧਿਆਨ ਰੱਖਣਾ ਹੈ। ਅਤੇ ਛਟੀਆਂ ਨੂੰ ਸਹੀ ਤਰੀਕੇ ਨਾਲ ਝਾੜ ਕੇ ਅਤੇ ਸਾਰਾ ਜਿਹੜਾ ਉਹਦਾ ਕੂੜਾ ਕਰਕਟ ਹੈ ਉਹ ਸਾਈਡ ਦੇ ਵਿੱਚ ਰੱਖ ਦੇਣਾ ਹੈ ਉਹਦੇ ਵਿੱਚ, ਕਿਉਂਕਿ ਨਿਸ਼ਕਰੀ ਅਵਸਥਾ ਦੇ ਵਿੱਚ ਸੁੰਡੀਆਂ ਪਈਆਂ ਹੁੰਦੀਆਂ ਅਤੇ ਆਪਾਂ ਨੂੰ ਨੁਕਸਾਨ ਪਹੁੰਚਾਉਂਦੀਆਂ। ਅਤੇ ਨਿਗਰਾਨੀ ਹੈਤੂ ਸਾਥੀਓ ਫੈਰੋਮੋਨ ਟਰੇਪ ਨਾਮ ਦਾ ਇੱਕ ਯੰਤਰ ਆਉਂਦਾ ਹੈ, ਉਹ ਲਾਉਣਾ ਚਾਹੀਦਾ, 5 ਲਾਉਣੇ ਚਾਹੀਦੇ ਪ੍ਰਤੀ ਬਿੱਗ ਦੇ ਹਿਸਾਬ ਨਾਲ, ਅਤੇ ਉਹ ਬਹੁਤ ਜ਼ਰੂਰੀ ਹੈ। ਫੈਰੋਮੋਨ ਟਰੇਪ ਮਿਲ ਜਾਂਦੇ ਹੈ। ਫੈਰੋਮੋਨ ਟਰੇਪ ਲਾਉਣ ਦਾ ਕੀ ਫਾਇਦਾ ਸਾਥੀਓ, ਜਿਹੜੇ ਸੁੰਡੀਆਂ ਹੋਣੀਆਂ, ਪਤੰਗੇ ਹੋਣਗੇ, ਉਹ ਤੁਹਾਡੇ ਗਿਰਫ ਦੇ ਵਿੱਚ ਆ ਜਾਣੀਆਂ, ਉਹ ਆਪਣੇ ਆਪ ਫੈਰੋਮੋਨ ਟਰੇਪ ਦੇ ਵਿੱਚ ਡਿੱਗ ਜਾਣਗੇ। ਇੱਕ ਇਸ ਟਾਈਪ ਦਾ ਇਹ ਗੋਲਾ ਜਿਹਾ ਹੁੰਦਾ ਉਹ, ਅਤੇ ਬਿੱਗੇ ਦੇ ਵਿੱਚ 5 ਲੱਗਦੇ ਆ। ਉਹਦੇ ਵਿੱਚ ਕੀ ਹੈ, ਮਾਦਾ ਦਾ ਜਿਹੜਾ ਇੱਕ ਹਾਰਮੋਨ ਸਤਰਾਵਿਤ ਕਰਦੀ ਹੈ, ਠੀਕ ਹੈ, ਉਹ ਉਹਦੇ ਵਿੱਚ ਪਾਇਆ ਜਾਂਦਾ, ਜਿਹਨੂੰ ਲਿਊਰ ਬੋਲਿਆ ਜਾਂਦਾ ਸਾਥੀਓ। ਲਿਊਰ ਜਿਹੜੇ ਗੁਲਾਬੀ ਸੁੰਡੀ ਹੁੰਦੀ ਹੈ, ਉਹ ਪਤੰਗੇ ਹੁੰਦੇ ਆ, ਉਹਨਾਂ ਨੂੰ ਆਪਦੀ ਤਰਫ ਆਕਰਸ਼ਿਤ ਕਰਦੀ ਹੈ ਤਾਂ ਸਾਥੀਓ ਫਿਰ ਉਹਦੇ ਵਿੱਚ ਆ ਕੇ ਡਿੱਗ ਜਾਂਦੇ ਆ ਅਤੇ ਉਹਨੂੰ ਆਪਾਂ ਫੜ ਕੇ ਆਸਾਨੀ ਦੇ ਨਾਲ ਕਿਲ ਕਰ ਸਕਦੇ ਹਾਂ, ਮਾਰ ਸਕਦੇ ਹਾਂ ਸਾਥੀਓ। ਠੀਕ ਹੈ, ਹੋਰ ਜੈਵਿਕ ਤਰੀਕੇ ਤੁਹਾਨੂੰ ਦੱਸਾਂ, ਤੁਸੀਂ ਸਾਥੀਓ ਨਿੰਬੋਲੀ ਦਾ ਜਿਹੜਾ ਅਰਕ ਹੁੰਦਾ ਉਹਦਾ ਯੂਜ ਕਰ ਸਕਦੇ ਹੋ। 5% ਸਾਂਦਰਤਾ ਵਾਲੇ ਦੇ ਛਿੜਕਾਅ ਕਰੋ, ਘਰੇ ਜਿਹੜੀਆਂ ਨਮੋਲੀਆਂ ਹੁੰਦੀਆਂ ਉਹਦਾ ਯੂਜ ਕਰ ਸਕਦੇ ਹੋ। ਉਹਦੇ ਖੇਤ ਦੇ ਵਿੱਚ ਤੁਸੀਂ ਸਿੱਟ ਸਕਦੇ ਹੋ। ਟਰਾਈਕੋਡਰਮਾ ਖਾਦ ਬਣਾ ਕੇ ਤੁਸੀਂ ਸਿੱਟ ਸਕਦੇ ਹੋ। ਬਹੁਤ ਫਾਇਦੇ ਹੈ ਟਰਾਈਕੋਡਰਮਾ ਖਾਦ ਦੇ, ਹਰ ਸਮੇਂ ਟਰਾਈਕੋਡਰਮਾ ਖਾਦ 'ਤੇ ਮੈਂ ਜ਼ੋਰ ਦਿੰਦਾ ਰਹਿਣਾ। ਬਾਕੀ ਰਸਾਇਣਿਕ ਜਿਹੜੇ ਇਹਦੇ ਇਲਾਜ ਹੈ ਉਹ ਐਂਡੋਸਲਫਾਨ, ਕਾਰਬੋਲਿਲ, ਐਂਡੋਕਸਕਾਰਬ ਸਾਥੀਓ, ਟਰਾਈਜੋਫੋਸ, ਇਹ ਦਵਾਈਆਂ ਇਹਦੀਆਂ ਆਉਂਦੀਆਂ। ਇਹਦਾ ਜਿਹੜਾ ਵਿਆਪਕ ਪ੍ਰਕੋਪ ਹੈ, ਜਿਹੜਾ ਸਾਰਿਆਂ ਤੋਂ ਜ਼ਿਆਦਾ ਪ੍ਰਕੋਪ ਸਾਥੀਓ 2015 ਦੇ ਵਿੱਚ ਭਾਰਤ ਦੇ ਵਿੱਚ, 2015 ਵਿੱਚ ਗੁਜਰਾਤ ਦੇ ਵਿੱਚ ਹੋਇਆ, ਸੱਚ ਭਾਰਤ ਨਹੀਂ ਗੁਜਰਾਤ ਦੇ ਵਿੱਚ ਹੋਇਆ ਸੀ, ਅਤੇ 2017 ਵਿੱਚ ਮਹਾਰਾਸ਼ਟਰ ਦੇ ਵਿੱਚ ਵਿਆਪਕ ਪ੍ਰਕੋਪ ਦੇਖਣ ਨੂੰ ਮਿਲਿਆ, ਸਾਰਿਆਂ ਤੋਂ ਜ਼ਿਆਦਾ ਪ੍ਰਕੋਪ ਦੇਖਣ ਨੂੰ ਮਿਲਿਆ। ਠੀਕ ਹੈ, ਫਸਲ ਦੇ ਜਿਹੜਾ ਆਪਣੇ ਕੋਟਨ ਹੁੰਦੀ ਹੈ ਉਹਦੇ 10% ਨੁਕਸਾਨ ਫਲ ਵਾਲਾ ਭਾਗ ਹੈ ਉਹਦੇ ਦੇਖਣ ਨੂੰ ਮਿਲਦਾ ਹੈ। ਠੀਕ ਹੈ, ਔਸਤਨ ਈਟੀਐਲ ਸਟੇਜ ਦੀ ਤੁਹਾਨੂੰ ਦੱਸਾਂ ਸਾਥੀਓ, ਇੱਕ ਪੌਦੇ 'ਤੇ ਅਗਰ ਤੁਹਾਨੂੰ 20 ਸੁੰਡੀਆਂ ਦਿਖਦੀਆਂ ਤਾਂ ਉਹ ਈਟੀਐਲ ਸਟੇਜ ਹੈ, ਉਦੋਂ ਤੁਹਾਨੂੰ ਸਪਰੇਅ ਦਾ ਯੂਜ ਕਰਨਾ ਚਾਹੀਦਾ ਸਾਥੀਓ। ਈਟੀਐਲ ਸਟੇਜ ਹੈ, ਈਟੀਐਲ ਸਟੇਜ ਦੇ ਬਾਰੇ ਮੈਂ ਬਹੁਤ ਵਾਰੀ ਦੱਸ ਚੁੱਕਿਆ ਸਾਥੀਓ, ਉਹਦੇ ਬਾਰੇ ਵੀ ਤੁਸੀਂ ਗੌਰ ਕਰਿਓ, ਕਿਉਂਕਿ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਦੇਖੋ, ਹੁਣ ਜਦੋਂ ਆਪਾਂ ਨਰਮਾ ਦੀ ਬਿਜਾਈ ਕਰਾਂਗੇ ਉਦੋਂ ਕੰਪਨੀਆਂ ਕਿਸ ਤਰ੍ਹਾਂ ਦੇ ਨਾਲ ਧਿਆਨ ਦਿੰਦੀਆਂ। ਬਾਕੀ ਦੇਖੋ ਨੂਜੀਵਿਡ ਸੀਡਸ ਹੈ, ਉਹਨਾਂ ਨੇ ਆਪਦੀ ਬੜੀਆ ਤਰੀਕੇ ਨਾਲ ਕੱਢਿਆ ਬੀਜ ਸੀਡ ਪੀੜ੍ਹੀ ਅੱਗੇ ਲਿਆਂਦੀ ਹੈ ਉਹਨਾਂ ਨੇ, ਤਾਂ ਉਹਨਾਂ ਦਾ ਹਜੇ ਤੱਕ ਵਿਸ਼ਵਾਸ ਹਜੇ ਤੱਕ ਬਣਿਆ ਨਹੀਂ ਸਾਥੀਓ। ਰਾਸੀ ਵਗੈਰਾ ਜਿਹੜੀ ਆਪਣੇ ਵੈਰਾਈਟੀਆਂ ਚੱਲ ਰਹੀਆਂ, ਆਪਾਂ ਵਧੀਆ ਉਤਪਾਦਨ ਦਿੰਦੇ ਆ, ਉਹਨਾਂ ਦੇ ਵਿੱਚ ਸੁੰਡੀ ਦੇਖਣ ਨੂੰ ਮਿਲੀ ਹੈ। ਕੰਪਨੀਆਂ ਉਹ ਧਿਆਨ ਦੇਣੀਆਂ ਤਾਂ ਵਧੀਆ ਗੱਲ ਹੈ, ਫਿਰ ਹੀ ਆਪਣੇ ਬਚਣਗੇ ਸਿਸਟਮ, ਨਰਮਾ ਸਹੀ ਹੋਊਗਾ, ਨਹੀਂ ਤਾਂ ਕਿਸਾਨਾਂ ਦਾ ਨੁਕਸਾਨ ਹੋਣਾ ਲਾਜ਼ਮੀ ਹੈ। ਤਾਂ ਕਿ ਜੋ ਵੀ ਸਾਥੀ ਮੇਰੀ ਇਹ ਵੀਡੀਓ ਦੇਖੀ ਜਾਂਦਾ ਉਹ ਇਸ ਵੀਡੀਓ 'ਤੇ ਅਮਲ ਕਰਿਓ ਅਤੇ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ ਸਾਥੀਓ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਹੋਰ ਕਿਸਾਨ ਸਾਥੀਆਂ ਤੱਕ ਵੀ ਪਹੁੰਚਾ ਦਿਓ। ਠੀਕ ਹੈ ਸਾਥੀਓ, ਮਿਲਦੇ ਹਾਂ ਆਪਾਂ ਅਗਲੀ ਵੀਡੀਓ ਦੇ ਵਿੱਚ।